ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਜੁਗੋ ਜੁਗ ਅਟਲ ਚਬਦ ਸ਼ਬਦ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੌਰਾਨ ਹਾਜ਼ਰੀਆਂ ਭਰੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਸਾਨੂੰ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਕਿ ਅੱਜ ਦੇ ਇਹਨਾਂ ਪਾਵਨ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਕੇ ਜੁੜ ਮਿਲ ਇਕੱਤਰ ਹੋ ਕੇ ਜਿੱਥੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਨਾਲ ਹੀ ਨਾਲ ਮਨ ਨੂੰ ਇਕਾਗਰ ਚਿਤ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦਿਆਂ ਹੋਇਆਂ ਨਾਮ ਸਿਮਰਨ ਦੇ ਨਾਲ ਸਾਂਝ ਪਾਈ ਹੈ। ਸੋ ਆਓ ਹੁਣ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਕੁਝ ਸਮਾਂ ਆਪ ਜੀਆਂ ਦੇ ਨਾਲ ਇਤਿਹਾਸਕ ਕਥਾ ਵਿਚਾਰਾ ਕਰਨ ਦਾ ਪ੍ਰਾਪਤ ਹੋਇਆ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਅਤੇ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਰੋਜ਼ਾਨਾ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਗੁਰ ਇਤਿਹਾਸ ਕਥਾ ਨਾਲ ਸਾਂਝ ਪਾਉਂਦੇ ਹਾਂ,
ਕੱਲ ਅਸੀਂ ਜਾਣਦੇ ਹਾਂ ਕਿ ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਤੀਸਰੇ ਅਧਿਆਏ ਦੀ ਆਰੰਭਤਾ ਕੀਤੀ ਸੀ ਕਿ ਕਿਸ ਤਰ੍ਹਾਂ ਭਾਈ ਬਾਲਾ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਇਸ ਧਰਤੀ ਦੇ ਉੱਤੇ ਵਰਤਾਰਾ ਵਰਤ ਰਿਹਾ ਸੀ। ਜਿਨ੍ਹਾਂ ਸਮਾਜ ਦੇ ਆਗੂਆਂ ਨੂੰ ਸਮਾਜ ਦਾ ਭਲਾ ਕਰਨ ਬਾਰੇ ਸੋਚਣਾ ਚਾਹੀਦਾ ਸੀ, ਉਹ ਸਮਾਜ ਦੇ ਆਗੂ ਸਮਾਜ ਦੀ ਲੁੱਟਮਾਰ ਕਰ ਰਹੇ ਸਨ। ਇਸੇ ਤਰ੍ਹਾਂ ਜਿਹੜੇ ਧਾਰਮਿਕ ਆਗੂ ਸਨ, ਜਿਨ੍ਹਾਂ ਨੇ ਸਮਾਜ ਦੇ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਸੀ, ਧਰਮ ਦੀ ਕਾਰ ਕਰਨੀ ਦੱਸਣੀ ਸੀ, ਧਰਮ ਦੀ ਕਮਾਈ ਦੱਸਣੀ ਸੀ, ਉਹ ਉਲਟਾ ਧਰਮ ਤੋਂ ਪਰੇ ਹੋ ਕੇ ਲੋਕਾਂ ਦੀ ਲੁੱਟਮਾਰ ਕਰ ਰਹੇ ਸਨ। ਕੱਲ ਦੇ ਦੀਵਾਨਾਂ ਦੇ ਵਿੱਚ ਜਿੱਥੇ ਭਾਈ ਬਾਲਾ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹੋਏ ਕਾਜੀ ਦੀ ਗੱਲ ਵੀ ਕਰਦੇ ਨੇ, ਰਾਜੇ ਦੀ ਗੱਲ ਵੀ ਕਰਦੇ ਨੇ, ਜੰਗਮਾਂ ਦੀ ਗੱਲ ਵੀ ਕਰਦੇ ਨੇ, ਤੇ ਜਿਹੜੇ ਜੈਨੀਆਂ ਦੇ ਦੋ ਮਤ ਨੇ, ਸਰੇਵਰੇ ਤੇ ਦਿਗੰਬਰ, ਉਹਨਾਂ ਦੀ ਗੱਲ ਵੀ ਕੱਲ ਦੇ ਦੀਵਾਨਾਂ ਦੇ ਵਿੱਚ ਕੀਤੀ ਸੀ ਕਿ ਕਿਸ ਤਰ੍ਹਾਂ ਕਾਜੀ ਦਾ ਜਿਹੜਾ ਕੰਮ ਸੀ ਲੋਕਾਂ ਨੂੰ ਨਿਆਂ ਦੇਣਾ, ਪਰ ਉਹ ਪੈਸੇ ਲੈ ਕੇ, ਰਿਸ਼ਵਤ ਲੈ ਕੇ, ਜਿਹੜੇ ਅਮੀਰ ਲੋਕ ਨੇ ਜਾਂ ਜਿਨ੍ਹਾਂ ਦੇ ਪੱਖ ਦੇ ਵਿੱਚ ਫੈਸਲਾ ਨਹੀਂ ਹੋਣਾ ਸੀ, ਪੈਸੇ ਲੈ ਕੇ ਉਹ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਕਰ ਦਿੰਦਾ ਹੈ। ਇਸੇ ਤਰ੍ਹਾਂ ਰਾਜੇ ਪ੍ਰਜਾ ਦੀ ਗੱਲ ਨਹੀਂ ਸੁਣਦੇ, ਪ੍ਰਜਾ ਦਾ ਭਲਾ ਨਹੀਂ ਕਰਦੇ। ਹੋਰ ਤੇ ਹੋਰ ਜੇਕਰ ਕੋਈ ਸਮਾਜ ਦੇ ਲੋਕ ਭਲਾ ਕਰਨ ਬਾਰੇ ਸੋਚਦੇ ਵੀ ਨੇ ਤਾਂ ਉਹਨਾਂ ਨੂੰ ਵੀ ਦੰਡ ਦਿੱਤਾ ਜਾਂਦਾ, ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਂਦੀ। ਸਮਾਜ ਦੇ ਵਿੱਚ ਚੰਗੇ ਕੰਮ ਕਰਨ ਦੀ ਰੋਕ ਲਗਾਈ ਹੋਈ ਸੀ। ਤੇ ਅੱਜ ਦੇ ਦੀਵਾਨਾਂ ਦੇ ਵਿੱਚ ਜੋ ਰਹਿੰਦਾ ਵਰਤਾਂਤ ਹੈ, ਕਿਸ ਤਰ੍ਹਾਂ ਪਸਾਰਾ ਜਿਹੜਾ ਸੀ ਸਮਾਜ ਦਾ ਉਦੋਂ ਪਸਰਿਆ ਹੋਇਆ ਸੀ, ਕਿਹੋ ਜਿਹੇ ਹਾਲਾਤ ਸਮਾਜ ਦੇ ਸਨ, ਜਾਂ ਬਾਕੀ ਦੇ ਮਤਾਂ ਦੇ ਅਨੁਸਾਰ ਜਿਹੜੇ ਬਾਕੀ ਦੇ ਮਤਾਂ ਦੇ ਲੋਕ ਸਨ, ਧਾਰਮਿਕ ਆਗੂ ਸਨ, ਉਹ ਆਪਣੇ ਧਰਮ ਦੇ ਵਿੱਚ ਕੀ ਕੁਝ ਕਰਦੇ ਸਨ, ਉਸ ਦਾ ਜ਼ਿਕਰ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਕਰਾਂਗੇ। ਅੱਜ ਦੇ ਦੀਵਾਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਨਿਭਾਉਂਦਿਆਂ ਹੋਇਆਂ ਸਾਰੀ ਸੰਗਤ ਰਲ ਮਿਲ ਕੇ ਆਪਣੀ ਰਸਨਾ ਤੋਂ ਉਚਾਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਚੌਪਈ ਕੀਨੇ ਦਵਾਦਸ ਮਾਰਗ ਜੋਗੀ, ਭਾਉ ਭਗਤ ਬਿਨਾ ਭਏ ਬਿਯੋਗੀ। ਹੁਣ ਇੱਥੇ ਜੋਗੀਆਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ, ਜੋਗੀ ਮਤ ਦੇ ਬਾਰੇ। ਦਵਾਦ ਇਸ ਦਾ ਭਾਵ ਹੈ 10 + 2 ਭਾਵ 12, ਕਿ ਜੋਗੀਆਂ ਦੇ 12 ਪੰਥ ਨੇ, ਜੋਗੀਆਂ ਦੇ 12 ਫਿਰਕੇ ਮੰਨੇ ਜਾਂਦੇ ਨੇ। ਪਰ ਇਹ ਵੀ ਜਿਹੜੇ ਨੇ ਪਰਮਾਤਮਾ ਦੀ ਭਗਤੀ ਤੋਂ ਬਗੈਰ, ਪਰਮਾਤਮਾ ਦੀ ਆਰਾਧਨਾ ਕੀਤੀ ਤੋਂ ਬਗੈਰ, ਇਹ 12 ਦੇ 12 ਜਿਹੜੇ ਪੰਥ ਨੇ ਜੋਗੀਆਂ ਦੇ, ਇਹ ਸਾਰੇ ਹੀ ਮਾਲਕ ਤੋਂ ਵਿਛੜੇ ਹੋਏ ਨੇ। ਤੇ ਇਸ ਦੇ ਵਿੱਚ 12 ਪੰਥਾਂ ਦਾ ਜ਼ਿਕਰ ਵੀ ਕੀਤਾ ਹੈ ਕਿ ਉਹਨਾਂ ਦੇ 12 ਜਿਹੜੇ ਪੰਥ ਨੇ ਕਿਹੜੇ ਕਿਹੜੇ ਨੇ, 12 ਸ਼੍ਰੇਣੀਆਂ ਕਿਹੜੀਆਂ ਕਿਹੜੀਆਂ ਨੇ। ਹੇਤੂ ਪਾਵ ਆਈ ਗਮਿਆ, ਪਾਗਲ ਗੋਪਾਲ, ਦਾਸ ਕੰਥੜੀ, ਬਨ ਧਵਜ, ਚੋਲੀ ਤਿਰਾਵ। ਤੇ ਜਦੋਂ ਅਸੀਂ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਕਰਦੇ ਹਾਂ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਅਸੀਂ ਜ਼ਿਕਰ ਗੁਰੂ ਸਾਹਿਬ ਜੀ ਨੇ ਕੀਤਾ, ਜੋ ਅਸੀਂ ਪੜ੍ਹਦੇ ਹਾਂ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਤੇ ਉਹ ਉੱਥੇ ਵੀ ਜੋਗੀਆਂ ਦੇ ਬਾਬਤ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ, ਗੁਰਬਾਣੀ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਕੀਤਾ ਹੈ। ਭਾਵ ਜਿੱਥੇ ਜੰਗਮ, ਸਰੇਵਰੇ, ਦਿਗੰਬਰ ਇਹ ਆਪਣੇ ਧਰਮ ਤੋਂ ਭਟਕੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜੇ ਜੋਗੀ ਮਤ ਹੈ ਨਾ, ਉਹ ਸਾਰੇ ਦੇ ਸਾਰੇ ਵੀ ਇਸ ਧਰਮ ਤੋਂ ਜਿਹੜੇ ਨੇ ਪਾਸੇ ਹੋਏ ਨੇ, ਧਰਮ ਦੀ ਕਾਰ ਨਹੀਂ ਕਮਾ ਰਹੇ, ਉਲਟਾ ਹੋਰ ਸਮਾਜ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੇ ਹੋਏ ਨੇ। ਕਰਹਿ ਸ਼ਾਸਤਰਨ ਵਿਪਰ ਕੁਬਾਦਾ, ਬਹੁਤ ਪਰਸ ਪਰ ਬਦਤ ਵਿਖਾਦਾ। ਕਿ ਸ਼ਾਸਤਰਾਂ ਦੇ ਬਾਰੇ ਵੀ ਜਿਹੜੇ ਬ੍ਰਾਹਮਣ ਨੇ ਆਪਸ ਦੇ ਵਿੱਚ ਝਗੜਦੇ ਰਹਿੰਦੇ ਨੇ, ਸ਼ਾਸਤਰਾਂ ਦੀ ਵਿਚਾਰ ਨੂੰ ਲੈ ਕੇ
ਉਹ ਵੀ ਆਪਸ ਦੇ ਵਿੱਚ ਝਗੜਦੇ ਰਹਿੰਦੇ ਨੇ, ਬਹੁਤ ਪਰਸਪਰ ਵਧਤ ਵਿਖਾਤਾ, ਤੇ ਆਪਸ ਦੇ ਵਿੱਚ ਬਹੁਤ ਫਸਾਦ ਕਰਦੇ ਨੇ, ਝਗੜਾ ਕਰਦੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਚੁੱਪ ਦਾ ਦਾਨ ਬਖਸ਼ਿਆ ਜਾਵੇ ਤੇ ਆਪਣੇ ਮਨ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਜਾਵੇ, ਕਿਉਂਕਿ ਜਦੋਂ ਅਸੀਂ ਵਿਚਾਰ ਤੋਂ ਭਟਕਦੇ ਹਾਂ ਤਾਂ ਨਾ ਸਾਨੂੰ ਵਿਚਾਰ ਸਰਵਣ ਕਰਨ ਲੱਗਿਆ ਆਨੰਦ ਆਉਂਦਾ ਤੇ ਨਾ ਹੀ ਵਿਚਾਰ ਕਰਨ ਲੱਗਿਆ ਆਨੰਦ ਆਉਂਦਾ। ਆਪਣੇ ਬੱਚਿਆਂ ਨੂੰ ਚੁੱਪ ਕਰਵਾ ਕੇ ਰੱਖੋ ਸੰਗਤ ਜੀ। ਇੱਥੇ ਜੋਗੀਆਂ ਦੇ ਬਾਰੇ ਜ਼ਿਕਰ ਕੀਤਾ ਗਿਆ, ਬ੍ਰਾਹਮਣਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਕਿ ਉਹ ਆਪਣੇ ਧਰਮ ਤੋਂ ਭਟਕੇ ਹੋਏ ਨੇ, ਧਰਮ ਦੀ ਕਾਰ ਨਹੀਂ ਕਰ ਰਹੇ, ਸਗੋਂ ਲੋਕਾਂ ਨੂੰ ਲੁੱਟ ਰਹੇ ਨੇ, ਲੋਕਾਂ ਦਾ ਗੁੰਮਰਾਹ ਕਰ ਰਹੇ ਨੇ। ਮੂੰਡ ਮੰਡਾਵੇ ਹੋਏ ਸੰਨਿਆਸੀ, ਦਰਬ ਨਾਰ ਮੈਂ ਰਿਦਾ ਦੁਰਾਸੀ। ਤੇ ਫਿਰ ਕਈ ਸੰਨਿਆਸੀ ਨੇ ਜਿਹੜੇ ਆਪਣੇ ਸਿਰ ਮੁਨਾ ਕੇ ਸੰਨਿਆਸ ਧਾਰਨ ਕੀਤਾ ਹੋਇਆ ਹੈ, ਪਰ ਹਰ ਵੇਲੇ ਕਹਿੰਦੇ ਨੇ ਦਿਲ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਇਛਾਵਾਂ ਨੇ ਉਹ ਇਛਾਵਾਂ ਦੇ ਮਗਰ ਭਟਕਦੇ ਰਹਿੰਦੇ ਨੇ। ਭਏ ਅਤੀਤ ਕਹਾਏ ਬੈਰਾਗੀ, ਗ੍ਰਸਤੀ ਤੇ ਬਦ ਮਨ ਦੋਹ ਲਾਗੀ। ਕਹਿੰਦੇ ਨੇ ਕਈ ਅਤੀਤ ਹੋ ਕੇ ਬੈਰਾਗੀ ਬਣ ਗਏ ਨੇ, ਬੈਰਾਗੀ ਸਾਧੂ ਬਣ ਗਏ ਨੇ, ਪਰ ਉਹਨਾਂ ਦਾ ਜਿਹੜਾ ਮਨ ਹੈ ਗ੍ਰਸਤ ਦੀਆਂ ਜਿਹੜੀਆਂ ਚੀਜ਼ਾਂ ਨੇ, ਗ੍ਰਸਤੀਆਂ ਤੋਂ ਵੱਧ ਜਿਹੜਾ ਉਹਨਾਂ ਦੇ ਅੰਦਰ ਵੀ ਤ੍ਰਿਸ਼ਨਾ ਜਿਹੜੀ ਹੈ ਉਹ ਵੱਧ ਹੈ। ਕਿਉਂਕਿ ਕਈ ਮੱਤਾਂ ਦਾ ਇਹ ਮੰਨਣਾ ਹੈ ਕਿ ਅਸੀਂ ਜਦੋਂ ਘਰ ਘਾੜ ਛੱਡ ਕੇ ਕਿਸੇ ਖਾਸ ਥਾਂ ਦੇ ਉੱਤੇ ਜਾ ਕੇ ਅਰਾਧਨਾ ਕਰਾਂਗੇ ਨਾ, ਤਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਇਹ ਘਰ ਦੀਆਂ ਜਿਹੜੀਆਂ ਵਸਤੂਆਂ ਨੇ, ਇਹ ਜਿਹੜੀਆਂ ਚੀਜ਼ਾਂ ਦਾ ਮੋਹ ਹੈ, ਪਰਿਵਾਰ ਹੈ, ਬੱਚੇ ਨੇ, ਧੀਆਂ ਪੁੱਤਰ ਨੇ, ਇਹ ਸਾਰਾ ਕੁਝ ਸਾਨੂੰ ਪਰਮਾਤਮਾ ਦੇ ਨਾਲ ਮਿਲਾਪ ਹੋਣ ਦੇ ਵਿੱਚ ਜਿਹੜੀ ਸਾਡੀ ਹੈ ਉਹ ਰੁਕਾਵਟ ਬਣਦੇ ਨੇ। ਤੋ ਇਹਨਾਂ ਸਾਰੀਆਂ ਚੀਜ਼ਾਂ ਦਾ ਮੋਹ ਤਿਆਗ ਕੇ ਉਹ ਕਿਸੇ ਬਣ ਦੇ ਵਿੱਚ, ਜੰਗਲ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਜਾਂਦੇ ਨੇ। ਪਰ ਇੱਥੇ ਜ਼ਿਕਰ ਕੀਤਾ ਗਿਆ ਹੈ, ਗੁਰਬਾਣੀ ਦੇ ਵਿੱਚ ਵੀ ਅਸੀਂ ਇਹ ਜ਼ਿਕਰ ਆਮ ਤੌਰ ਦੇ ਉੱਤੇ ਗੁਰਬਾਣੀ ਦੀ ਵਿਚਾਰ ਜਦੋਂ ਸਰਵਣ ਕਰਦੇ ਆ ਨਾ, ਤਾਂ ਗੁਰਬਾਣੀ ਦੇ ਵਿੱਚ ਵੀ ਸਾਨੂੰ ਇਹ ਪੱਖ ਗੁਰੂ ਸਾਹਿਬ ਜੀ ਨੇ ਬਾਰ-ਬਾਰ ਸਮਝਾਉਣਾ ਕੀਤਾ ਕਿ ਲੋਕ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗੇ, ਪਰ ਜਿਹੜਾ ਉਹਨਾਂ ਦੀਆਂ ਮਨ ਦੀਆਂ ਵਾਸ਼ਨਾਵਾਂ ਨੇ ਉਹ ਮਨ ਦੀਆਂ ਵਾਸ਼ਨਾਵਾਂ ਖਤਮ ਨਹੀਂ ਹੋਈਆਂ। ਸਗੋਂ ਜਿਹੜੇ ਘਰ ਦੇ ਵਿੱਚ ਰਹਿੰਦੇ ਨੇ, ਉਹ ਘਰ ਦੇ ਵਿੱਚ ਰਹਿਣ ਵਾਲਿਆਂ ਦੀਆਂ ਇੰਨੀਆਂ ਵਾਸ਼ਨਾਵਾਂ ਨਹੀਂ ਹੁੰਦੀਆਂ ਜਿੰਨੀਆਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਗਿਆਨ ਦੀਆਂ ਵਾਸ਼ਨਾਵਾਂ ਦੀਆਂ। ਇੱਥੇ ਵੀ ਕਵੀ ਜੀ ਜ਼ਿਕਰ ਕਰਦੇ ਨੇ ਕਿ ਉਹਨਾਂ ਬੈਰਾਗੀਆਂ ਦੇ ਮਨ ਦੀਆਂ ਗ੍ਰਸਤੀਆਂ ਨਾਲੋਂ ਵੱਧ ਤ੍ਰਿਸ਼ਨਾ ਦੀ ਜਿਹੜੀ ਹੈ ਅੱਗ ਸੜਦੇ ਨੇ, ਅੱਗ ਵਿੱਚ ਸੜਦੇ ਨੇ। ਪੰਡਤ ਪਹਿਰੂਆ ਕਰੇ ਸਤੇਈ, ਰਖਵਾਰੀ ਕੋ ਸਦਨ ਕਰੇਈ। ਤੇ ਕਹਿੰਦੇ ਜਿਹੜੇ ਪੰਡਤ ਨੇ ਨਾ, ਜਿਨ੍ਹਾਂ ਨੇ ਪਹਿਰੇਦਾਰੀ ਕਰਨੀ ਸੀ, ਉਹ ਵੀ ਚੋਰੀ ਕਰਨ ਲੱਗ ਗਏ ਨੇ, ਸਮਾਜ ਦੇ ਲੋਕਾਂ ਨੂੰ ਲੁੱਟਣ ਲੱਗ ਗਏ ਨੇ। ਤੇ ਫਿਰ ਹੁਣ ਘਰ ਦੀ ਰਖਵਾਲੀ ਕੌਣ ਕਰੇ? ਮੰਨ ਲਓ ਅਸੀਂ ਘਰ ਦੇ ਵਿੱਚ ਕੋਈ ਰਾਖੀ ਕਰਨ ਦੇ ਲਈ ਰੱਖ ਲਈਏ, ਕੋਈ ਪਹਿਰੇਦਾਰ ਰੱਖ ਲਈਏ, ਜੋ ਪਹਿਰੇਦਾਰ ਹੀ ਚੋਰੀ ਕਰਨ ਲੱਗ ਪਵੇ ਤਾਂ ਘਰ ਦੀ ਰਾਖੀ ਕੌਣ ਕਰੇਗਾ? ਹੁਤੀ ਬਾਰ ਰਖਵਾਰ ਨਿਰਪਾਲਾ, ਪ੍ਰਜਾ ਖੇਤ ਕੋ ਖਾਤ ਕੋ ਡਾਲਾ। ਤੇ ਕਹਿੰਦੇ ਕਿ ਰਾਜੇ ਵੀ ਜਿਹੜੇ ਨੇ ਨਾ, ਰਾਜੇ ਦਾ ਕੰਮ ਸੀ ਪ੍ਰਜਾ ਦੀ ਰੱਖਿਆ ਕਰਨਾ, ਔਖੇ ਸਮੇਂ ਦੇ ਵਿੱਚ ਪ੍ਰਜਾ ਦੀ ਹੱਥ ਫੜਨਾ, ਪ੍ਰਜਾ ਦੀ ਬਾਹ ਫੜਨਾ। ਪਰ ਉਹ ਰਾਜੇ ਵੀ ਪ੍ਰਜਾ ਨੂੰ ਲੁੱਟਣ ਲੱਗ ਪਏ ਨੇ। ਮੰਨ ਲਓ ਕਿਸੇ ਕਿਸਾਨ ਨੇ ਖੇਤ ਦੀ ਰਾਖੀ ਦੇ ਵਾਸਤੇ ਵੀ ਕੋਈ ਵੀ ਜਾਨਵਰ, ਕੋਈ ਵੀ ਪਸ਼ੂ ਇਹ ਫਸਲ ਨੂੰ ਤਬਾਹ ਨਾ ਕਰ ਦਵੇ, ਉਹ ਖੇਤ ਦੇ ਚਾਰ ਦੀਵਾਰੀ, ਖੇਤ ਦੇ ਚਾਰੇ ਪਾਸੇ ਤਾਰ ਦੀ ਵਾੜ ਕਰ ਦਿੰਦਾ। ਤੇ ਇੱਥੇ ਉਹਨੇ ਜ਼ਿਕਰ ਕੀਤਾ, ਉਦਾਹਰਨ ਵਰਤਦਿਆ ਵੀ ਕਹਿੰਦੇ ਜੇਕਰ ਜਿਹੜੀ ਚੀਜ਼ ਰਾਖੀ ਲਈ ਵਾੜ ਕੀਤੀ ਸੀ, ਜੇ ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦੀ ਰਾਖੀ ਕਿਸ ਤਰ੍ਹਾਂ ਹੋਵੇਗੀ? ਭਾਵ ਜਿਨ੍ਹਾਂ ਦਾ ਇਸ ਸਮਾਜ ਦੇ ਵਿੱਚ ਇਹ ਜ਼ਿੰਮੇਵਾਰੀ ਲੱਗੀ ਹੋਈ ਸੀ ਕਿ ਲੋਕਾਂ ਨੂੰ ਸਿੱਧੇ ਰਾਹ ਦੇ ਉੱਤੇ ਪਾਉਣਾ, ਜੇ ਉਹ ਲੋਕ ਆਪ ਹੀ ਉਲਟ ਦਿਸ਼ਾ ਵੱਲ ਜਾ ਰਹੇ ਨੇ ਤਾਂ ਸਮਾਜ ਦੇ ਲੋਕਾਂ ਨੂੰ ਸਿੱਧੇ ਰਾਹ ਵੱਲ ਕੌਣ ਲੈ ਕੇ ਜਾਵੇਗਾ? ਇਹ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਤੋਂ ਪਹਿਲਾਂ ਦਾ ਜ਼ਿਕਰ ਕਰਦੇ ਨੇ ਕਿ ਸਮਾਜ ਦੇ ਲੋਕਾਂ ਦੀ ਦੁਰਦਸ਼ਾ ਇਹੋ ਜਿਹੀ ਸੀ। ਸਮਾਜ ਦੇ ਵਿੱਚ ਜਿੰਨੇ ਵੀ ਮਤ ਚੱਲ ਰਹੇ ਸਨ, ਸਾਰੇ ਮਤ ਆਪਣਾ ਹੀ ਰੌਲਾ ਪਾ ਰਹੇ ਸਨ, ਆਪਣੀ ਹੀ ਵਿਚਾਰ ਲੋਕਾਂ ਦੇ ਉੱਤੇ ਥੋਪ ਰਹੇ ਸਨ। ਕੋਈ ਵੀ ਪਰਮਾਤਮਾ ਦੀ ਬੰਦਗੀ ਦੀ ਗੱਲ ਨਹੀਂ ਕਰਦਾ ਸੀ, ਕੋਈ ਵੀ ਨਾਮ ਸਿਮਰਨ ਦੀ, ਨਾਮ ਦੀ ਆਰਾਧਨਾ ਦੀ ਗੱਲ ਨਹੀਂ ਕਰਦਾ ਸੀ। ਸਾਰੇ ਆਪੋ ਆਪਣਾ ਰੌਲਾ ਲੈ ਕੇ ਸਮਾਜ ਦੇ ਵਿੱਚ ਵਿਚਰ ਰਹੇ ਸਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੇ ਹੋਏ ਸਨ। ਦੋਹਰਾ ਭਇਓ ਭਾਰ ਦਰ ਪਰ ਅਦਕ, ਧਰਮ ਤਰਤ ਨਹਿ ਤੀਰ,
ਭਾਉ ਭਗਤ ਨਹਿ ਜਗਤ ਮੈਂ ਬਿਕਲ ਪਈ ਪੈ ਪੀਰ। ਵੀ ਕਹਿੰਦੇ ਪਾਪਾਂ ਨੇ ਧਰਤੀ ਦੇ ਉੱਤੇ ਪੂਰਾ ਜਿਹੜਾ ਹੈ ਭਾਰ ਪਾਇਆ ਹੋਇਆ ਸੀ। ਧਰਤੀ ਦੇ ਉੱਤੇ ਪਾਪਾਂ ਦਾ ਬਹੁਤ ਭਾਰ ਪਿਆ ਹੋਇਆ ਸੀ ਤੇ ਧਰਮ ਜਿਹੜਾ ਸੀ ਹੌਸਲਾ ਨਹੀਂ ਧਾਰਨ ਕਰਦਾ ਸੀ। ਜਗਤ ਦੇ ਵਿੱਚ ਭਾਉ ਭਗਤ ਨਹਿ ਜਗਤ ਮੈਂ, ਕਿ ਸੰਸਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਮ ਭਗਤੀ ਜਿਹੜੀ ਸੀ ਉਹ ਨਹੀਂ ਸੀ। ਸਮਾਜ ਦੇ ਲੋਕ ਪ੍ਰੇਮ ਭਗਤੀ ਨੂੰ ਭੁੱਲ ਗਏ ਸਨ ਤੇ ਉਲਟਾ ਤੇ ਹੋਰ ਬਿਕਲ ਭਈ ਪੈ ਭੀਰ, ਕਿ ਜਿਹੜੀ ਧਰਤੀ ਸੀ ਉਹ ਭੈ ਨਾਲ ਭੈਭੀਤ ਹੋ ਗਈ ਸੀ। ਚੌਪਈ ਏਕ ਓੰਕਾਰ ਆਰਾਧਨ ਕੀਨਾ, ਪੰਡਤ ਬੇਨਤੀ ਪਈ ਅਦੀਨਾ। ਕਿ ਧਰਤੀ ਨੇ ਬੜੀ ਅਧੀਨਤਾ ਦੇ ਨਾਲ ਫਿਰ ਬੇਨਤੀ ਕੀਤੀ, ਉਸ ਏਕ ਓੰਕਾਰ ਪਰਮਾਤਮਾ ਦੀ ਆਰਾਧਨਾ ਕੀਤੀ। ਪਰਮੇਸ਼ਰ ਪਰ ਪੁਰਖ ਪੁਰਾਤਨ, ਪਰਮ ਪਰਾਬਰਨਾਥ ਸਨਾਤਨ। ਕਿ ਹੇ ਪਰਮੇਸ਼ਰ ਪ੍ਰਭੂ ਜੀ, ਇਹ ਧਰਤੀ ਹੁਣ ਅਕਾਲ ਪੁਰਖ ਦੇ ਅੱਗੇ ਪੁਕਾਰ ਕਰਦੀ ਹੈ ਕਿ ਹੇ ਪਰਮੇਸ਼ਰ ਜੀ, ਹੇ ਪ੍ਰਭੂ ਪਰਮਾਤਮਾ ਜੀ, ਮੇਰੇ ਕੋਲ ਹੁਣ ਜਿਹੜਾ ਹੈ ਧੀਰਜ ਨਹੀਂ ਧਰਿਆ ਜਾਂਦਾ, ਮੇਰੇ ਕੋਲ ਹੁਣ ਟਿਕਾ ਨਹੀਂ ਹੁੰਦਾ। ਪਾਪਾਂ ਦਾ ਬੋਲਬਾਲਾ ਇੱਥੇ ਜਿਹੜਾ ਹੈ ਵੱਧ ਗਿਆ ਹੈ ਤੇ ਪਾਪ ਵਧਣ ਦੇ ਕਾਰਨ ਹੁਣ ਤੁਸੀਂ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਹੋਵੇ, ਉਸ ਤੋਂ ਵੀ ਤੁਹਾਡੀ ਤਾਕਤ ਜਿਹੜੀ ਹੈ ਕਿਤੇ ਵੱਡੀ ਹੈ। ਤੁਸੀਂ ਸਨਾਤਨ ਹੋ, ਆਪ ਆ ਕੇ ਮੇਰੀ ਰੱਖਿਆ ਕਰੋ, ਮੇਰੀ ਪੁਕਾਰ ਸੁਣੋ। ਦੀਨ ਬੰਦ ਪ੍ਰਭ ਦੀਨ ਦਿਆਲਾ, ਦੀਨਾਨਾਥ ਪ੍ਰੋਖ ਪ੍ਰਤਪਾਲਾ। ਕਿ ਹੀ ਦੀਨਾਂ ਦੇ ਪਿਆਰੇ ਪ੍ਰਭੂ ਜੀ, ਸਭ ਦੇ ਉੱਤੇ ਕਿਰਪਾ ਕਰਨ ਵਾਲੇ ਕਿਰਪਾਲੂ ਪ੍ਰਭੂ ਜੀ, ਤੁਸੀਂ ਸਾਰਿਆਂ ਦੀਨਾਂ ਦੇ ਉੱਤੇ ਦਇਆ ਕਰਦੇ ਹੋ। ਅਜਰ ਅਮਰ ਅਨਵਦ ਅਪੇਖਾ, ਭੈ ਨਿਰੰਜਨ ਲਖ ਲੇਖਾ। ਕਿ ਤੁਸੀਂ ਸਮੇਂ ਤੋਂ ਰਹਿਤ ਹੋ। ਅਸੀਂ ਮੂਲ ਮੰਤਰ ਦਾ ਵੀ ਜਦੋਂ ਜਾਪ ਕਰਦੇ ਹਾਂ ਤਾਂ ਉਸ ਦੇ ਗੁਰਬਾਣੀ ਪੜ੍ਹਨ ਵਾਲੇ ਆਪ ਜੀ ਪਿਆਰੇ ਬੈਠੇ ਹੋ, ਤਾਂ ਆਪ ਸਭ ਹੀ ਉਸ ਦੇ ਮੂਲ ਮੰਤਰ ਦੇ ਅਰਥ ਵੀ ਜਾਣਦੇ ਹੋ ਕਿ ਉਹ ਪਰਮਾਤਮਾ ਕਾਲ ਤੋਂ ਰਹਿਤ ਹੈ, ਉਸ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਨਾ ਹੀ ਉਸ ਨੂੰ ਕਿਸੇ ਦਾ ਡਰ ਹੈ। ਤੇ ਇਹ ਸਾਰੇ ਗੁਣ ਉਸ ਪਰਮਾਤਮਾ ਦੇ ਉਸ ਮੂਲ ਮੰਤਰ ਦੇ ਰੂਪ ਦੇ ਵਿੱਚ ਵੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੇ ਨੇ। ਇੱਥੇ ਵੀ ਕਵੀ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਉਹ ਪਰਮਾਤਮਾ ਮੌਤ ਤੋਂ ਰਹਿਤ ਹੈ, ਉਹ ਕਥਨ ਤੋਂ ਪਰੇ ਹੈ, ਉਹ ਭੇਖ ਰਹਿਤ ਹੈ, ਡਰ ਰਹਿਤ ਹੈ ਤੇ ਮਾਇਆ ਦਾ ਉਸ ਦੇ ਉੱਤੇ ਕੋਈ ਵੀ ਪ੍ਰਭਾਵ ਨਹੀਂ ਪੈਂਦਾ ਤੇ ਨਾ ਹੀ ਉਸ ਦਾ ਕਿਸੇ ਵੀ ਤਰ੍ਹਾਂ ਦਾ ਲੇਖਾ ਕੀਤਾ ਜਾਂਦਾ ਹੈ। ਕਲਮਲ ਕਲ ਕੇ ਕਾਲ ਬੇਥਾਰਾ, ਅਬੇ ਪਾਰ ਨਹਿ ਜਾਏ ਸੰਭਾਰਾ। ਕਿ ਕਲਯੁਗ ਦੇ ਸਮੇਂ ਜਿਹੜੇ ਨੇ ਉਹ ਪਾਪ ਜਿਹੜੇ ਨੇ ਫੈਲ ਗਏ ਹਨ ਤੇ ਹੁਣ ਮੈਥੋਂ ਜਿਹੜਾ ਭਾਰ ਨਹੀਂ ਸੰਭਾਲਿਆ ਜਾਂਦਾ। ਇੱਥੇ ਕਲਯੁਗ ਦੀ ਗੱਲ ਕੀਤੀ ਗਈ ਹੈ। ਅਸੀਂ ਗੁਰਬਾਣੀ ਦੇ ਵਿੱਚ ਵੀ ਜਦੋਂ ਰੋਜ਼ਾਨਾ ਹੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਆ ਨਾ, ਤਾਂ ਆਸਾ ਦੀ ਵਾਰ ਦੀ ਜਿਹੜੀ 12ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ, ਉਸ ਦੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਜਿਹੜੇ ਵੀ ਜੋਗਾਂ ਦੀ ਗੱਲ ਕੀਤੀ ਗਈ ਹੈ, ਜਦੋਂ ਅਸੀਂ ਉਸ ਦੇ ਭਾਵ ਅਰਥ ਕਰਾਂਗੇ, ਉਹ ਸਾਡੇ ਮਨ ਦੀ ਅਵਸਥਾ ਦੀ ਗੱਲ ਹੋਵੇਗੀ। ਪਰ ਵਾਰੀ ਵਰਤਾਂਤ ਦਾ ਜ਼ਿਕਰ ਉੱਥੇ ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਲੋਕ ਦੇ ਰਾਹੀਂ ਸਮਝਾਉਣਾ ਕੀਤਾ ਹੈ ਕਿ ਨਾਨਕ ਮੇਰ ਸਰੀਰ ਕਾ ਇੱਕ ਰਥ ਵਾ, ਜੁਗ ਜੁਗ ਫੇਰ ਬਟਾਈਐ ਗਿਆਨੀ ਬੂਝੇ ਤਾਹ, ਸਤ ਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ, ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ, ਦੁਆਪਰ ਰਥ ਤਪੇ ਕਾ ਸਤ ਅਗੇ ਰਥਵਾ, ਕਾਲ ਜੁਗ ਰਥ ਅਗਨ ਕਾ ਕੂੜ ਅਗੇ ਰਥਵਾ। ਭਾਵ ਜਦੋਂ ਸਤਯੁਗ ਦਾ ਸਮਾਂ ਸੀ, ਇੱਥੇ ਉਹਨੂੰ ਚਾਰਾਂ ਯੁੱਗਾਂ ਦੇ ਵਿੱਚ ਗੱਲ ਕੀਤੀ ਕਿ ਜਿਹੜਾ ਸਤਯੁਗ ਸੀ ਉਹ ਸੋਨੇ ਦਾ ਯੁੱਗ ਸੀ, ਤੇ ਜਦੋਂ ਤ੍ਰੇਤਾ ਯੁੱਗ ਆਇਆ ਤਾਂ ਉਹ ਚਾਂਦੀ ਦਾ ਯੁੱਗ ਬਣ ਗਿਆ, ਤੇ ਜਦੋਂ ਦੁਆਪਰ ਯੁੱਗ ਆਇਆ ਉਹ ਪਿੱਤਲ ਦਾ ਯੁੱਗ ਹੋ ਗਿਆ, ਜਦੋਂ ਕਲਯੁਗ ਦਾ ਸਮਾਂ ਆਇਆ ਤਾਂ ਇਹ ਯੁੱਗ ਜਿਹੜਾ ਸੀ ਲੋਹੇ ਦਾ ਹੋ ਗਿਆ। ਤੇ ਸਤਯੁਗ ਦਾ ਜ਼ਿਕਰ ਕਰਦੇ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ ਕਿ ਜਦੋਂ ਮਨੁੱਖ ਦੀ ਜ਼ਿੰਦਗੀ ਦਾ ਆਮ ਜੀਵਨ ਸਤਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ, ਕਿ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਜ਼ਿੰਦਗੀ ਦਾ ਨਿਸ਼ਾਨਾ ਧਰਮ ਕਮਾਉਣਾ ਹੋਵੇ, ਧਰਮ ਦੀ ਕਮਾਈ ਕਰਨਾ ਹੋਵੇ, ਤਾਂ ਮਨੁੱਖ ਦੇ ਜੀਵਨ ਦੇ ਵਿੱਚ ਆਪਣੇ ਆਪ ਹੀ ਜਿਹੜਾ ਹੈ ਟਿਕਾ ਆ ਜਾਂਦਾ ਹੈ, ਸਬਰ ਸੰਤੋਖ ਜਿਹੜਾ ਉਸ ਦੇ ਜੀਵਨ ਦੇ ਵਿੱਚ ਆ ਜਾਵੇਗਾ। ਫਿਰ ਅੱਗੇ ਤ੍ਰੇਤੇ ਦੀ ਗੱਲ ਕੀਤੀ ਕਿ ਤ੍ਰੇਥੇ ਰਥ ਜਤੇ ਕਾ ਜੋਰ ਅਗੇ ਰਥਵਾ, ਕਿ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਸੂਰਮਤਾਈ ਆ ਜਾਵੇ,
ਜਦੋਂ ਮਨੁੱਖ ਦਾ ਜੀਵਨ ਸੂਰਮਤਾਈ ਪਾਸੇ ਝੁਕ ਜਾਵੇ, ਮਨੁੱਖ ਦਾ ਜੀਵਨ ਬਲਵਾਨ ਹੋ ਜਾਵੇ, ਤਾਂ ਸੁੱਤੇ ਸਿੱਤ ਹੀ ਉਸ ਦੇ ਜੀਵਨ ਦੇ ਵਿੱਚ ਜਿਹੜਾ ਹੈ ਜਤ ਆ ਜਾਂਦਾ ਹੈ, ਆਚਰਣ ਆ ਜਾਂਦਾ ਹੈ। ਦੁਆਪਰ ਰਥ ਤਪੇਕਾ ਸਤ ਅਗੇ ਰਥਵਾ। ਇਹ ਭਾਵ ਜਦੋਂ ਮਨੁੱਖ ਦੀ ਜੀਵਨ ਦੇ ਵਿੱਚ ਜ਼ਿੰਦਗੀ ਦਾ ਜਿਹੜਾ ਨਿਸ਼ਾਨਾ ਸੀ ਨਾ, ਉੱਚਾ ਆਚਰਣ ਹੋਵੇਗਾ, ਤਾਂ ਮਨੁੱਖ ਉੱਚੇ ਆਚਰਣ ਨੂੰ ਕਾਇਮ ਰੱਖਦਿਆਂ, ਆਪਣੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨੂੰ ਕਾਬੂ ਰੱਖਦਿਆਂ, ਆਚਰਣ ਨੂੰ ਕਾਇਮ ਰੱਖਦਿਆਂ, ਕਿਰਦਾਰ ਨੂੰ ਕਾਇਮ ਰੱਖਦਿਆਂ ਸੁਭਾਵਿਕ ਹੀ ਮਨੁੱਖ ਜਪ ਤਪ ਕਰਦਾ ਫਿਰੇਗਾ। ਆਪਣੇ ਮਨ ਦੇ ਉੱਤੇ ਕਾਬੂ ਕਰਨ ਦੇ ਲਈ, ਮਨ ਨੂੰ ਬਲਵਾਨ ਬਣਾਉਣ ਦੇ ਲਈ, ਆਚਰਣ ਦੇ ਵਿੱਚ ਪਰਪੱਕ ਰਹਿਣ ਦੇ ਲਈ ਉਹ ਸੁਭਾਵਿਕ ਹੀ ਪਰਮਾਤਮਾ ਦੀ ਬੰਦਗੀ ਆਰਾਧਨਾ ਕਰਦਾ ਫਿਰੇਗਾ। ਤੇ ਜਦੋਂ ਫਿਰ ਕਲਯੁਗ ਦੀ ਗੱਲ ਆਵੀ ਨਾ, ਜਦੋਂ ਕਹਿੰਦੇ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਕੂੜ ਹੋ ਗਿਆ, ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਹੀ ਝੂਠ ਹੋ ਗਿਆ, ਤਾਂ ਉਸ ਝੂਠ ਦੀ ਪੂਰਤੀ ਦੇ ਲਈ ਹਮੇਸ਼ਾ ਹੀ ਮਨੁੱਖ ਜਿਹੜਾ ਹੈ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲਦਾ ਫਿਰੇਗਾ। ਇੱਥੇ ਵੀ ਅੱਗੇ ਜ਼ਿਕਰ ਕੀਤਾ ਗਿਆ ਹੈ, ਦੋਹਰਾ ਸਤਜੁਗ ਮੈਂ ਚਾਰੋ ਚਰਨ, ਤ੍ਰੇਤੇ ਤੀਨ ਰਹਾਏ, ਦੁਆਪਰ ਮੈਂ ਦੋ ਰਹੇ, ਕਲ ਇੱਕ ਚਰਨ ਟਿਕਾਏ। ਕਿ ਸਤਜੁਗ ਦੇ ਵਿੱਚ ਜਿਹੜੇ ਸੀ ਮੇਰੇ 4 ਚਰਨ ਸਨ, ਤੇ ਜਦੋਂ ਤ੍ਰੇਤਾ ਆਇਆ ਤੇ ਧਰਮ ਦਾ ਜਿਹੜਾ ਇੱਕ ਜਿਹੜਾ ਸੀ ਪੈਰ ਉਹ ਟੁੱਟ ਗਿਆ, ਉਸ ਦੇ 3 ਚਰਨ ਰਹਿ ਗਏ। ਜਦੋਂ ਦੁਆਪਰ ਆਇਆ ਤੇ ਬਾਅਦ ਦੇ ਵਿੱਚ ਉਸ ਦੇ ਜਿਹੜੇ ਚਰਨ ਸੀ 2 ਰਹਿ ਗਏ, ਤੇ ਜਦੋਂ ਕਲਯੁਗ ਆਇਆ ਧਰਮ ਦਾ 1 ਚਰਨ ਹੀ ਰਹਿ ਗਿਆ, ਬਾਕੀ ਦੇ ਜਿਹੜੇ 3 ਚਰਨ ਸੀ ਉਹ ਟੁੱਟ ਗਏ। ਤੇ ਹੁਣ ਧਰਤੀ ਪੁਕਾਰ ਕਰ ਰਹੀ, ਜਦੋਂ ਸਤਜੁਗ ਸੀ ਉਸ ਸਮੇਂ ਕੋਈ ਵੀ ਸਮਾਜ ਦੇ ਵਿੱਚ ਮਾੜੀ ਹਰਕਤ ਨਹੀਂ ਹੁੰਦੀ ਸੀ, ਮਾੜੀ ਘਟਨਾ ਨਹੀਂ ਵਾਪਰਦੀ ਸੀ। ਹੌਲੀ ਹੌਲੀ ਸਮਾਂ ਬਦਲਦਾ ਗਿਆ, ਜਿਹੜੇ ਸਨ ਸਮਾਜ ਨੂੰ ਸਿੱਧੇ ਰਾਹ ਪਾਉਣ ਵਾਲੇ ਧਾਰਮਿਕ ਆਗੂ ਸਨ, ਉਹ ਵੀ ਵਿਕਾਰਾਂ ਦੇ ਵਿੱਚ ਫਸੇ ਹੋ ਗਏ, ਤੇ ਕਲਯੁਗ ਦਾ ਬੋਲਬਾਲਾ ਇੱਥੇ ਜਿਹੜਾ ਹੈ ਵੱਧ ਗਿਆ ਹੈ। ਇਹ ਧਰਤੀ ਪ੍ਰਮਾਤਮਾ ਦੇ ਅੱਗੇ ਪੁਕਾਰ ਕਰ ਰਹੀ ਹੈ, ਚੋਪਈ ਕਲਮਲ ਮੈਂ ਆਇਓ ਕਲਕਾਲਾ, ਭਇਓ ਸੋ ਜਾਤੇ ਪਾਰ ਵਿਸਾਲਾ। ਦੇ ਕਹਿੰਦੇ ਜਿਹੜੇ ਕਲਯੁਗ ਦਾ ਸਮਾਂ ਸੀ ਨਾ, ਉਹ ਪਾਪ ਰੂਪ ਹੈ, ਤੇ ਕਲਯੁਗ ਦੇ ਵਿੱਚ ਪਾਪ ਜਿਹੜਾ ਸੀ ਪ੍ਰਧਾਨ ਹੋ ਗਿਆ। ਕਿ ਧਰਤੀ ਕਹਿੰਦੀ ਇਸ ਕਰਕੇ ਮੇਰੇ ਉੱਪਰ ਹੁਣ ਪਾਪਾਂ ਦਾ ਜਿਹੜਾ ਭਾਰ ਹੈ ਉਹ ਵੱਧ ਗਿਆ ਹੈ। ਏਕ ਚਰਨ ਤੇ ਟਿਕਾ ਨਾ ਜਾਈ, ਬਿਨ ਅਬਲੰਬ ਨ ਥਿਰਤਾ ਪਾਈ। ਤੇ ਹੁਣ ਧਰਤੀ ਪੁਕਾਰ ਕਰ ਰਹੀ ਹੈ ਕਿ ਮੇਰੇ ਤੋਂ ਇੱਕ ਪੈਰ ਦੇ ਭਾਰ ਦੇ ਉੱਤੇ ਨਹੀਂ ਟਿਕਿਆ ਜਾ ਸਕਦਾ, ਤੇ ਮੈਨੂੰ ਹੁਣ ਤੇਰਾ ਹੀ ਆਸਰਾ ਹੈ, ਤੇਰੀ ਹੀ ਟੇਕ ਹੈ, ਤੇਰੇ ਆਸਰੇ ਤੋਂ ਬਗੈਰ ਮੈਂ ਹੁਣ ਟਿਕ ਨਹੀਂ ਸਕਦੀ। ਪਰਮਾਤਮਾ ਦੇ ਅੱਗੇ ਧਰਤੀ ਦੀ ਪੁਕਾਰ ਹੈ ਕਿ ਹੇ ਪਰਮਾਤਮਾ, ਤੂੰ ਸਾਰਿਆਂ ਨੂੰ ਆਸਰਾ ਦਿੰਦਾ ਹੈ, ਤੇਰੇ ਆਸਰੇ ਤੋਂ ਬਗੈਰ ਕੋਈ ਵੀ ਮਨੁੱਖ ਅਧੂਰਾ ਹੈ। ਧਰਤੀ ਕਹਿੰਦੀ ਹੈ ਕਿ ਮੈਨੂੰ ਵੀ ਆਪਣਾ ਆਸਰਾ ਬਖਸ਼, ਤਾਂ ਜੋ ਮੈਂ ਵੀ ਆਪਣੇ ਪੈਰਾਂ ਦੇ ਉੱਤੇ ਖੜੀ ਹੋ ਸਕਾਂ। ਧਰਮ ਦਾ ਇੱਥੇ ਬੋਲਬਾਲਾ ਜਿਹੜਾ ਹੈ ਖਤਮ ਹੋ ਗਿਆ। ਜਿੱਥੇ ਸੱਚ ਦੀ ਗੱਲ ਕਰਨੀ ਸੀ, ਸੱਚ ਨੂੰ ਛੱਡ ਕੇ ਲੋਕ ਝੂਠ ਵੱਲ ਹੋ ਗਏ। ਜਿੱਥੇ ਸਬਰ ਸੰਤੋਖ ਦੀ ਗੱਲ ਚੱਲਣੀ ਸੀ, ਸਬਰ ਸੰਤੋਖ ਨੂੰ ਛੱਡ ਕੇ ਲੋਕ ਲਾਲਚ ਦੇ ਵਸ ਪੈ ਕੇ ਤੇ ਲੋਕਾਂ ਨੂੰ ਜਿਹੜਾ ਹੈ ਲੁੱਟ ਰਹੇ ਨੇ। ਏਕ ਓੰਕਾਰ ਬਿਨੈ ਸੁਣ ਲੀਜੈ, ਥਿਰ ਹੋਵੋ ਕੋ ਅਬਿਲੰਬ ਦੀਜੈ। ਕਿ ਹੇ ਏਕ ਓੰਕਾਰ ਵਾਹਿਗੁਰੂ ਪ੍ਰਭੂ ਪਰਮਾਤਮਾ ਜੀ, ਮੇਰੀ ਬੇਨਤੀ ਸੁਣੋ, ਮੇਰੀ ਬੇਨਤੀ ਪ੍ਰਵਾਨ ਕਰੋ, ਥਿਰ ਹੋਣ ਵਾਸਤੇ ਮੈਨੂੰ ਆਸਰਾ ਦਵੋ, ਮੈਨੂੰ ਟਿਕਣ ਦੇ ਵਾਸਤੇ ਸਹਾਰਾ ਦਵੋ। ਜੋਤੀ ਰੂਪਾ ਤੁਰੀ ਬਾਨੀ, ਸੁਣਤ ਵਿਚਾਰ ਕੀਨ ਸੁਖਦਾਨੀ। ਕਿ ਫਿਰ ਜੋਤ ਸਰੂਪ ਉਸ ਵਾਹਿਗੁਰੂ ਨੂੰ ਧਰਤੀ ਦੀ ਪੁਕਾਰ ਸੁਣੀ, ਦੁੱਖਾਂ ਭਰੀ ਜਦੋਂ ਪੁਕਾਰ ਸੁਣੀ, ਫਰਿਆਦ ਸੁਣੀ, ਸੁੱਖਾਂ ਦੇ ਦਾਤੇ ਨੇ ਧਰਤੀ ਦੀ ਪੁਕਾਰ ਸੁਣ ਕੇ ਸੋਚ ਵਿਚਾਰ ਕੀਤੀ। ਇਸ ਕਾਰਜ ਕੋ ਬਹੁਤ ਪਠਾਏ, ਜਾਏ ਤਾਂ ਨਿਜ ਪੰਥ ਚਲਾਏ। ਜਦੋਂ ਧਰਤੀ ਨੇ ਪੁਕਾਰ ਕੀਤੀ ਨਾ, ਬਾਅਦ ਦੇ ਵਿੱਚ ਜਦੋਂ ਪਰਮਾਤਮਾ ਅਕਾਲ ਪ੍ਰਭੂ ਪਰਮਾਤਮਾ ਨੇ ਜਦੋਂ ਕਹਿੰਦੇ ਨੇ ਵੀ ਉਸ ਦਾ ਜਵਾਬ ਦਿੱਤਾ, ਤੇ ਮੈਂ ਤਾਂ ਇਸ ਸੰਸਾਰ ਦੇ ਉੱਤੇ, ਇਸ ਧਰਤੀ ਦੇ ਉੱਤੇ ਅਨੇਕਾਂ ਹੀ ਪੈਗੰਬਰ, ਅਨੇਕਾਂ ਹੀ ਪੀਰ ਇਸ ਧਰਤੀ ਦੇ ਉੱਤੇ ਭੇਜੇ ਸਨ, ਪਰ ਜਿਸ ਕਾਰਜ ਦੇ ਲਈ ਉਹਨਾਂ ਨੂੰ ਭੇਜਿਆ ਸੀ ਉਹ ਆਪਣੇ ਕਾਰਜ ਤੋਂ ਥਿੜਕ ਗਏ ਨੇ, ਉਹ ਆਪਣੇ ਕਾਰਜ ਤੋਂ ਭੱਜ ਗਏ ਨੇ। ਉਹਨਾਂ ਦਾ ਕਾਰਜ ਇਹ ਸੀ ਕਿ ਸਮਾਜ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਧਰਮ ਜਿਹੜਾ ਹੈ ਉਹ ਪੱਕਾ ਕਰਨਾ, ਪਰ ਇਹਨਾਂ ਨੇ ਆਪੋ ਆਪਣੇ ਮਤ, ਆਪੋ ਆਪਣੀ ਵਿਚਾਰਧਾਰਾ ਹੀ ਚਲਾਈ, ਸਗੋਂ ਆਪੋ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਤੇ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਪਰਮਾਤਮਾ ਕਹਿੰਦਾ ਕਿ ਮੈਂ ਅਨੇਕਾਂ ਪੈਗੰਬਰ ਇਸ ਧਰਤੀ ਦੇ ਉੱਤੇ ਭੇਜੇ ਸਨ। ਧਰਤੀ ਦੇ ਉੱਤੇ ਜੋ ਦੁਰਦਸ਼ਾ ਜ਼ਿਕਰ ਕੀਤਾ ਨਾ,
ਵਰਣਨ ਕੀਤਾ ਕਿ ਉਸ ਨੂੰ ਲੈ ਕੇ ਮੈਂ ਅਨੇਕਾਂ ਪੈਗੰਬਰਾਂ ਪੀਰਾਂ ਨੂੰ ਇਸ ਧਰਤੀ ਦੇ ਉੱਤੇ ਭੇਜਿਆ ਸੀ, ਪਰ ਉਹਨਾਂ ਨੇ ਪਰਮਾਤਮਾ ਦੀ ਬੰਦਗੀ ਕਰਾਉਣ ਦੀ ਬਜਾਏ, ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਬਜਾਏ ਆਪਣੇ ਮਗਰ ਹੀ ਲਗਾ ਲਿਆ। ਵਿਸਰੇ ਜਾ ਕਾਰਜ ਤੈਂ ਗਏ, ਆਪਣੇ ਆਪਣੇ ਮਤ ਠਹਿਰਾਏ। ਕਿ ਸਾਰੇ ਜਿਹੜੇ ਸੀ ਕਾਰਜ, ਜਿਹੜਾ ਸੀ ਉਹਨਾਂ ਦਾ ਮੇਨ ਮੁੱਖ ਕਾਰਜ ਸੀ ਨਾ, ਉਹ ਕਾਰਜ ਆਪਣਾ ਭੁੱਲ ਗਏ ਸਨ, ਸਗੋਂ ਆਪਣੇ ਆਪਣੇ ਮਗਰ ਸਾਰੇ ਲੋਕਾਂ ਨੂੰ ਲਾ ਲਿਆ ਤੇ ਆਪਣੇ ਆਪਣੇ ਮਤ ਜਿਹੜੇ ਸੀ ਉਹ ਪੈਦਾ ਕਰ ਲਏ। ਕਿਨੋ ਨ ਮਹਿਮਾ ਨਾਮ ਬਿਥਾਰੀ, ਭਾਉ ਭਗਤ ਕੀ ਰੀਤ ਨ ਡਾਰੀ। ਦੇ ਕਿਸੇ ਨੇ ਵੀ ਨਾਮ ਦੀ ਮਹਿਮਾ ਦਾ ਪ੍ਰਚਾਰ ਨਹੀਂ ਕੀਤਾ ਤੇ ਨਾ ਹੀ ਕਿਸੇ ਨੇ ਪ੍ਰੇਮ ਪਿਆਰ ਦੀ ਜਿਹੜੀ ਰੀਤੀ ਸੀ ਨਾ ਉਸ ਨੂੰ ਚਲਾਇਆ। ਜਿਉ ਹੋਵਤ ਅਵਿਲੰਬਤ ਸੋਨੀ, ਇਉਂ ਵਿਚਾਰ ਬੋਲੇ ਜਗ ਜੋਨੀ। ਕਿ ਇੰਜ ਵਿਚਾਰ ਕੇ ਜਗਤ ਦੇ ਕਾਰਨ ਨੇ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਜਿਹੜੇ ਨੇ ਉਹ ਬੋਲੇ ਕਿ ਧਰਤੀ ਨੂੰ ਮੈਂ ਆਸਰਾ ਦਵਾਂਗਾ, ਉਹ ਆਸਰੇ ਵਾਲੀ ਹੋਵੇਗੀ। ਮੈਂ ਜ਼ਰੂਰ ਇਸ ਧਰਤੀ ਦੀ ਪੁਕਾਰ ਸੁਣਾਂਗਾ, ਜਿਹੜੀ ਇਸਨੇ ਦੁੱਖਾਂ ਭਰੀ ਫਰਿਆਦ ਕੀਤੀ ਹੈ ਨਾ, ਮੈਂ ਜ਼ਰੂਰ ਇਸ ਨੂੰ ਸੁਣਨਾ ਕਰੂੰਗਾ, ਜ਼ਰੂਰ ਇਸ ਤੇ ਵਿਚਾਰ ਕਰੂੰਗਾ ਤੇ ਮੈਂ ਇਸ ਨੂੰ ਆਸਰਾ ਦਵਾਂਗਾ, ਤਾਂ ਜੋ ਇਹ ਆਪਣੇ ਬਲ ਦੇ ਉੱਤੇ ਆਪਣੇ ਜ਼ੋਰ ਦੇ ਨਾਲ ਫਿਰ ਤੋਂ ਖੜੀ ਹੋ ਜਾਵੇ, ਫਿਰ ਤੋਂ ਧਰਮ ਦਾ ਬੋਲ ਬਾਲਾ ਹੋ ਜਾਵੇ। ਨਾਮ ਕੀਰਤਨ ਵਿਥਰੋਂ ਜਬ ਹੀ, ਤੁਝ ਅਵਿਲੰਬ ਹੋਏ ਹੈ ਤਬ ਹੀ। ਕਿ ਜਦੋਂ ਕਹਿੰਦੇ ਨੇ ਕਿ ਨਾਮ ਕੀਰਤਨ ਦਾ ਨਾ, ਨਾਮ ਸਿਮਰਨ ਦਾ ਪ੍ਰਵਾਹ ਚੱਲੇਗਾ ਨਾ, ਚਾਰੇ ਪਾਸੇ ਪਰਮਾਤਮਾ ਦੀ ਸਿਫਤ ਸਲਾਹ ਹੋਵੇਗੀ, ਜੁਗਾ ਜੁਗਾਂ ਦੇ ਵਿੱਚ, ਹਰ ਕੋਨੇ ਦੇ ਵਿੱਚ, ਘਟ ਘਟ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਗੱਲ ਚੱਲੇਗੀ, ਤਾਂ ਫਿਰ ਤੈਨੂੰ ਵੀ ਆਸਰਾ ਮਿਲ ਜਾਵੇਗਾ। ਇਹ ਪਰਮਾਤਮਾ ਧਰਤੀ ਨੂੰ ਆਖ ਰਿਹਾ ਹੈ ਕਿ ਇਹ ਧਰਤੀ, ਜਦੋਂ ਸਮਾਜ ਦੇ ਵਿੱਚ ਧਰਮ ਦਾ ਹੀ ਬੋਲਬਾਲਾ ਹੋਵੇਗਾ, ਸਾਰੇ ਸਮਾਜ ਦੇ ਲੋਕ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਣਗੇ, ਉਦੋਂ ਤੈਨੂੰ ਜ਼ਰੂਰ ਤੇਰਾ ਜਿਹੜਾ ਹੈ ਆਸਰਾ ਮਿਲ ਜਾਵੇਗਾ। ਜਾਂ ਤੇ ਪ੍ਰਗਟਾਵੋ ਜਗ ਆਏ, ਮੋਹ ਬਿਨ ਹੋਤ ਨ ਆਣਿਓ ਪਾਏ। ਕਿ ਹੁਣ ਪਰਮਾਤਮਾ ਧਰਤੀ ਦੀ ਪੁਕਾਰ ਦੇ ਉੱਤੇ ਜਵਾਬ ਦੇ ਰਿਹਾ ਕਿ ਹੁਣ ਇਸ ਕਾਰਜ ਦੇ ਲਈ ਮੈਨੂੰ ਆਪ ਹੀ ਜੱਗ ਦੇ ਵਿੱਚ ਪ੍ਰਗਟ ਹੋਣਾ ਪਵੇਗਾ, ਮੇਰੇ ਤੋਂ ਬਗੈਰ ਹੁਣ ਇਸ ਦਾ ਕੋਈ ਉਪਾਅ ਨਹੀਂ ਹੈ। ਸਮਾਜ ਦੇ ਵਿੱਚ ਜਿਹੋ ਜੀ ਦੁਰਦਸ਼ਾ ਧਰਤੀ ਦੀ ਪੁਕਾਰ ਹੋਈ ਹੈ, ਜਿਹੋ ਜੀ ਦੁਰਦਸ਼ਾ ਭਾਈ ਬਾਲਾ ਜੀ ਨੇ ਵਰਣਨ ਕੀਤਾ ਹੈ, ਉਸ ਦੁਰਦਸ਼ਾ ਦੇ ਆਧਾਰ ਦੇ ਉੱਤੇ ਪਰਮਾਤਮਾ ਜਿਹੜਾ ਹੈ ਧਰਤੀ ਦੀ ਪੁਕਾਰ ਦੇ ਉੱਤੇ ਜਵਾਬ ਦੇ ਰਿਹਾ ਕਿ ਹੁਣ ਮੈਨੂੰ ਉਸ ਧਰਤੀ ਦੇ ਉੱਤੇ ਸੁਧਾਰ ਕਰਨ ਦੇ ਲਈ, ਧਰਮ ਦਾ ਪ੍ਰਚਾਰ ਕਰਨ ਦੇ ਲਈ ਮੈਨੂੰ ਆਪ ਹੀ ਅਵਤਾਰ ਧਾਰਨ ਕਰਨਾ ਪਵੇਗਾ। ਇਹ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਧਰਤੀ ਦੀ ਉਸ ਪਰਮਾਤਮਾ ਦੇ ਅੱਗੇ ਪੁਕਾਰ ਤੇ ਭਾਈ ਬਾਲਾ ਜੀ ਦੇ ਵੱਲੋਂ ਜਿੰਨੇ ਵੀ ਇਸ ਸਮਾਜ ਦੇ ਵਿੱਚ ਮਤ ਚੱਲੇ ਸਨ, ਉਹ ਮਤਾਂ ਦੇ ਬਾਰੇ ਵਿਚਾਰ ਕਿ ਮਤ ਆਪੋ ਆਪਣੇ ਧਰਮ ਤੋਂ ਜਿਹੜੇ ਨੇ ਥਿੜਕੇ ਹੋਏ ਨੇ, ਸਮਾਜ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਇਹ ਸਾਰੀ ਵਿਚਾਰ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤੀ ਸੀ। ਕੱਲ ਦੇ ਦੀਵਾਨਾਂ ਦੇ ਵਿੱਚ ਕਿਸ ਤਰ੍ਹਾਂ ਉਸ ਧਰਤੀ ਦੇ ਉੱਤੇ ਉਹ ਪਰਮਾਤਮਾ ਵਾਹਿਗੁਰੂ ਅਵਤਾਰ ਧਾਰਨ ਕਰਦਾ ਹੈ, ਕੱਲ ਦੇ ਦੀਵਾਨਾਂ ਵਿੱਚ ਇਸ ਵਿਸ਼ੇ ਦੇ ਬਾਬਤ ਅਸੀਂ ਵਿਚਾਰ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ